ਮਾਨਯੋਗ ਡਾਕਟਰ ਬੀਬੀ ਇੰਦਰਜੀਤ ਕੌਰ ਜੀ, ਇੱਥੇ ਪਹੁੰਚੇ ਵਿਦਵਾਨ ਸੱਜਣ, ਪਿੰਗਲਵਾੜਾ ਸੰਸਥਾ ਦੇ ਸੇਵਾਦਾਰ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਵਾਰੀ ਸਭ ਤੋਂ ਪਿੱਛੋਂ ਆਈ। ਇਹਦਾ ਇੱਕ ਨੁਕਸਾਨ ਵੀ ਹੈ ਤੇ ਇੱਕ ਫਾਇਦਾ ਵੀ। ਨੁਕਸਾਨ ਇਹ ਹੈ ਕਿ ਜਿੰਨੀਆਂ ਗੱਲਾਂ ਕਰਨ ਵਾਲੀਆਂ ਸਨ ਉਹ ਹੋ ਗਈਆਂ। ਹੁਣ ਮੈਂ ਦੱਸੋ ਕੀ ਕਰਾਂ। ਫਾਇਦਾ ਮੈਨੂੰ ਇਹ ਹੋਇਆ ਵੀ ਜਿਹੜੀਆਂ ਗੱਲਾਂ ਇਹ ਸੁਣਾ ਕੇ ਗਏ ਨੇ ਉਹਨਾਂ ਦੇ ਵਿੱਚੋਂ ਹੀ ਫੜ ਕੇ ਮੈਂ ਸੁਣਾ ਦੇਵਾਂ ਤੁਹਾਨੂੰ। ਇੱਕ ਵਿਦਵਾਨ ਕਹਿੰਦਾ, ਭਾਈ ਉਹ ਸਮਾਂ ਜ਼ਿਆਦਾ ਹੋ ਗਿਆ ਕਿਉਂਕਿ ਮੇਰੇ ਕੋਲ ਘੜੀ ਨਹੀਂ ਸੀ। ਇੱਕ ਸਰੋਤਾ ਕਹਿੰਦਾ, ਤੇਰੇ ਪਿੱਛੇ ਕੈਲੰਡਰ ਤਾਂ ਲਟਕ ਰਿਹਾ ਸੀ, ਤਰੀਕ ਬਦਲ ਗਈ। ਮੈਂ ਇੱਕ ਸੰਸਕ੍ਰਿਤ ਦੀ ਮੈਡਮ ਨੂੰ ਫੋਨ ਕੀਤਾ, ਵਿਦਵਾਨ ਸੰਸਕ੍ਰਿਤ ਦੀ, ਵੀ ਮੈਂ ਸੈਮੀਨਾਰ ਕਰ ਰਿਹਾ ਮੈਡਮ, ਤੁਸੀਂ ਜ਼ਰੂਰ ਆਉਣਾ ਹੈ, ਵੈਦਿਕ ਮਤ ਤੇ ਤੁਸੀਂ ਗੱਲਾਂ ਕਰਨੀਆਂ। ਉਹ ਕਹਿੰਦੇ ਆ ਤਾਂ ਜਾਊਂਗੀ, ਪਰ ਇਹ ਬਤਾਓ ਉਤਪੀੜਨ ਸ਼ੁਲਕ ਮਿਲੇਗਾ? ਮੈਨੂੰ ਪਤਾ ਨਹੀਂ ਸੀ। ਮੈਂ ਕਿਹਾ ਮਿਲੇਗਾ। ਮੈਂ ਸੰਸਕ੍ਰਿਤ ਦੇ ਪ੍ਰੋਫੈਸਰ ਨੂੰ ਪੁੱਛਿਆ ਵੀ ਉਤਪੀੜਨ ਸ਼ੁਲਕ ਕੀ ਹੁੰਦਾ? ਉਹ ਕਹਿੰਦੇ ਜੀ ਟਾਰਚਰ ਅਲਾਊਂਸ। ਤੁਸੀਂ ਮੈਨੂੰ ਬੁਲਾ ਕੇ ਬਿਠਾਓਗੇ, ਘੰਟਿਆਂ ਬੱਧੀ ਬੇਤੁਕੀਆਂ ਗੱਲਾਂ ਸੁਣਨੀਆਂ ਪੈਣਗੀਆਂ, ਟਾਰਚਰ ਹੋਊਗੀ, ਉਹਦੇ ਪੈਸੇ ਲਊ। ਜੇ ਪੈਸੇ ਦਿਓਗੇ ਤਾਂ ਸੁਣਨ ਵਾਸਤੇ ਆਓ। ਤੁਹਾਨੂੰ ਸਾਰਿਆਂ ਨੂੰ ਮੱਥਾ ਟੇਕਦਾ ਕਿ ਬਿਨਾਂ ਪੈਸੇ ਲਿਆ ਤੁਸੀਂ ਟਾਰਚਰ ਹੋ ਰਹੇ ਹੋ। ਮਾਨਯੋਗ ਸਾਧ ਸੰਗਤ ਜੀ, ਥੋੜ੍ਹੀਆਂ ਜਿਹੀਆਂ ਗੱਲਾਂ ਸ਼ੁਰੂ 'ਚ ਕਰਾਂ ਕਿਉਂਕਿ ਵਿਰਸੇ ਨਾਲ ਸੰਬੰਧਿਤ ਹੈ ਆਪਣਾ ਸੈਮੀਨਾਰ। ਮੇਰਾ ਵਿਰਸਾ ਕੀ ਹੈ, ਜੇ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ, ਮੇਰੀਆਂ ਬਾਕੀ ਦੀਆਂ ਗੱਲਾਂ ਸਹਿਜੇ ਸਮਝ ਆ ਜਾਣਗੀਆਂ। ਇਸ ਵਾਅਦੇ ਨਾਲ ਗੱਲਾਂ ਸ਼ੁਰੂ ਕਰਾਂਗਾ ਕਿ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਤੁਹਾਡਾ। 5 ਸਾਲ ਦੀ ਉਮਰ ਸੀ ਮੇਰੀ ਜਦੋਂ ਬਾਪੂ ਜੀ ਨੇ ਹੱਥ 'ਚ ਸੋਟੀ ਫੜਾ ਕੇ ਕਿਹਾ ਪਸ਼ੂ ਚਾਰ। ਮੈਂ ਪਸ਼ੂ ਚਾਰਨ ਲੱਗ ਗਿਆ। ਮੇਰਾ ਵੱਡਾ ਭਰਾ ਪੜ੍ਹਾਕੂ ਸੀ ਬੜਾ, 10ਵੀਂ 'ਚੋਂ ਮੈਰਿਟ 'ਚ ਆਇਆ ਸੀ। ਅੱਗੇ ਪੜ੍ਹਾਉਣ ਵਾਸਤੇ ਪੈਸੇ ਨਹੀਂ ਸਨ। ਉਹ ਫੌਜ 'ਚ ਸਿਪਾਹੀ ਭਰਤੀ ਹੋ ਗਿਆ। ਚਿੱਠੀ ਆਉਂਦੀ ਕਦੀ 10 ਦਿਨਾਂ ਬਾਅਦ, ਕਦੀ 15 ਦਿਨਾਂ ਬਾਅਦ। ਬਾਪੂ ਜੀ ਚਿੱਠੀ ਪੜ੍ਹਾਉਣ ਵਾਸਤੇ ਬਾਣੀਏ ਦੀ ਦੁਕਾਨ ਤੇ ਜਾਂਦੇ। ਬਾਣੀਆ ਚਿੱਠੀ ਪੜ੍ਹ ਕੇ ਸੁਣਾਉਂਦਾ ਤੇ ਬਾਣੀਏ ਚਿੱਠੀ ਦਾ ਜਵਾਬ ਲਿਖਦਾ। ਚਿੱਠੀ ਜਦੋਂ ਆਉਂਦੀ ਤੁਸੀਂ ਹੈਰਾਨ ਹੋਵੋਗੇ ਇਸ ਗੱਲ ਤੋਂ ਕਿ ਮਹੱਲਾ ਇਕੱਠਾ ਹੋ ਜਾਂਦਾ ਸੀ ਬਾਣੀਏ ਦੀ ਦੁਕਾਨ ਤੇ ਚਿੱਠੀ ਸੁਣਨ ਵਾਸਤੇ। ਆਪਣਾ ਮੋਬਾਈਲ, ਆਪਣੀ ਚਿੱਠੀ ਗੁਪਤ ਹੁੰਦੀ, ਆਪਾਂ ਕਿਸੇ ਨੂੰ ਦੱਸਦੇ ਨਹੀਂ ਹੁੰਦੇ। ਲੇਕਿਨ ਗਵਾਂਢੀਆਂ ਨੇ, ਭੂਆ ਨੇ, ਚਾਚੀਆਂ ਨੇ, ਤਾਈਆਂ ਨੇ ਇਹ ਸੁਣਨਾ ਹੁੰਦਾ ਸੀ ਵੀ ਸਾਨੂੰ ਸਤਿ ਸ੍ਰੀ ਅਕਾਲ ਬੁਲਾਈਏ ਕਿ ਨਹੀਂ। ਕਦੀ ਕਦੀ ਤਾਂ ਪੂਰੀ ਦੀ ਪੂਰੀ ਚਿੱਠੀ ਸਤਿ ਸ੍ਰੀ ਅਕਾਲਾਂ ਨਾਲ ਹੀ ਲਿਖੀ ਹੁੰਦੀ ਸੀ, ਹੋਰ ਕੋਈ ਗੱਲ ਹੀ ਨਹੀਂ ਹੁੰਦੀ। ਹੌਕਾ ਲੈ ਕੇ ਬਾਪੂ ਜੀ ਘਰ ਆ ਕੇ ਮਾਂ ਨਾਲ ਗੱਲ ਕਰਦੇ। ਘਰ 'ਚ ਇੱਕ ਪੜ੍ਹਿਆ ਲਿਖਿਆ ਬੱਚਾ ਤਾਂ ਹੋਣਾ ਚਾਹੀਦਾ ਜਿਹੜਾ ਚਿੱਠੀ ਦਾ ਪੜ੍ਹਨ ਜਾਣਦਾ ਹੋਵੇ। ਪਰਦੇ ਦੀਆਂ ਗੱਲਾਂ ਅਸੀਂ ਨਾ ਲਿਖ ਸਕੀਏ ਨਾ ਸੁਣ ਸਕੀਏ। ਇੱਕ ਦੋ ਵਾਰੀ ਇਸ ਤਰ੍ਹਾਂ ਦੀ ਗੱਲ ਹੋਈ। ਮਾਂ ਮੇਰੇ ਵੱਲ ਹੱਥ ਕਰਕੇ ਕਹਿੰਦੀ, ਫਿਰ ਇਹਨੂੰ ਲਾ ਦਿਓ ਪੜ੍ਹਨ। ਬਾਪੂ ਜੀ ਕਹਿੰਦੇ, ਲਾ ਤਾਂ ਦੇਵਾਂ, ਪਸ਼ੂ ਕੌਣ ਚਾਰੂਗਾ? ਮੈਂ ਸੁਣ ਰਿਹਾ ਸੀ ਇਹ ਗੱਲ। ਮੈਂ ਕਿਹਾ ਬਾਪੂ ਜੀ ਅੱਧਾ ਦਿਨ ਮੈਨੂੰ ਸਕੂਲ ਵਾਸਤੇ ਭੇਜ ਦਿਆ ਕਰੋ ਤੇ ਅੱਧਾ ਦਿਨ ਮੈਂ ਦੁਪਹਿਰ ਨੂੰ ਤੁਹਾਡੀ ਰੋਟੀ ਲੈ ਕੇ ਆਇਆ ਕਰਾਂਗਾ, ਮੈਂ ਪਸ਼ੂ ਚਾਰੂੰਗਾ, ਮੈਂ ਦੋਵੇਂ ਕੰਮ ਕਰ ਲੂੰਗਾ। ਬਾਪੂ ਜੀ ਕਹਿੰਦੇ, ਜੇ ਦੋਵੇਂ ਕੰਮ ਕਰ ਲੇਂਗਾ ਫਿਰ ਤਾਂ ਠੀਕ ਹੈ। ਅਗਲੇ ਦਿਨ ਪੱਗ, 100 ਰੁਪਈਆ ਤੇ ਮਖਾਣਿਆਂ ਦਾ ਲਿਫਾਫਾ ਬਾਪੂ ਜੀ ਸਕੂਲ 'ਚ ਲੈ ਗਏ। ਮਾਸਟਰ ਜੀ ਨੂੰ ਦਸਤਾਰ ਦਿੱਤੀ, 100 ਰੁਪਈਆ ਉਹਨਾਂ ਦੇ ਚਰਨਾਂ 'ਚ ਰੱਖਿਆ, ਮਖਾਣੇ ਵੰਡੇ ਗਏ। ਮਾਸਟਰ ਜੀ ਕਹਿੰਦੇ, ਕੀ ਨਾਂ ਹੈ ਇਹਦਾ? ਬਾਪੂ ਜੀ ਕਹਿੰਦੇ, ਪਾਲ। ਮਾਸਟਰ ਜੀ ਕਹਿੰਦੇ, ਪਾਲ ਕੋਈ ਨਾਂ ਨਹੀਂ ਹੁੰਦਾ, ਇਹਦੇ ਅੱਗੇ ਪਿੱਛੇ ਕੁਝ ਲੱਗਿਆ ਕਰਦਾ ਹੈ, ਜਸਪਾਲ, ਗੁਰਪਾਲ, ਇਸ ਤਰ੍ਹਾਂ ਕੁਛ ਨਾ ਕੁਛ। ਬਾਪੂ ਜੀ ਕਹਿੰਦੇ, ਕੀ ਲੱਗਿਆ ਕਰਦਾ? ਮੈਂ ਤਾਂ ਅਨਪੜ੍ਹ ਬੰਦਾ, ਮੈਨੂੰ ਤਾਂ ਪਤਾ ਨਹੀਂ, ਜਿਹੜਾ ਕੁਝ ਲੱਗਦਾ ਹੁੰਦਾ ਉਹ ਲਾ ਦੇ। ਉਹ ਮੇਰੇ ਨਾਂ ਦੇ ਅੱਗੇ ਹਾਹਾ ਰਾ ਮਾਸਟਰ ਜੀ ਨੇ ਲਾਤਾ। ਫਿਰ ਮਾਸਟਰ ਜੀ ਕਹਿੰਦੇ, ਉਮਰ ਕਿੰਨੀ ਹੈ ਇਹਦੀ, ਛੋਕਰੇ ਦੀ? ਬਾਪੂ ਜੀ ਕਹਿੰਦੇ, 7 ਸਾਲ। ਮਾਸਟਰ ਜੀ ਕਹਿੰਦੇ, 7 ਸਾਲ ਦਾ ਦਿਸਦਾ ਹੈ, ਲੱਗਦਾ ਹੈ 5 ਸਾਲ ਤੋਂ ਵੱਧ ਹੈ ਹੀ ਨਹੀਂ। ਬਾਪੂ ਜੀ ਕਹਿੰਦੇ, ਸਾਡੇ ਕੋਲ ਕਿਹੜਾ ਜਨਮ ਪੱਤਰੀਆਂ ਨੇ ਜੀ, ਮੈਨੂੰ ਤਾਂ ਜਿੰਨਾ ਕੁ ਪਤਾ ਸੀ ਮੈਂ ਦੱਸ ਦਿੱਤਾ, ਜੇ 5 ਦਾ ਲੱਗਦਾ ਤਾਂ 5 ਦਾ ਲਿਖ ਦਿਓ। ਮਾਸਟਰ ਜੀ ਨੇ ਮੈਨੂੰ 5 ਸਾਲ ਦੀ ਉਮਰ ਦਾ ਲਿਖ ਕੇ ਇਹ ਕਿਹਾ, ਬੱਚੇ ਜਦੋਂ ਤੂੰ ਅਫਸਰ ਰਿਟਾਇਰ ਹੋਏਗਾ ਤੂੰ ਮੈਨੂੰ ਯਾਦ ਕਰੇਗਾ। ਉਹ ਮਾਸਟਰ ਜੀ ਨੇ ਤਾਂ ਸਹਿਜ ਸੁਭਾਅ ਗੱਲ ਕਹਿ ਦਿੱਤੀ। ਸਕੂਲ 'ਚ ਮੇਰੀ ਛੇੜਖਾਨੀ ਬਣ ਗਈ, ਉਹ ਅਫਸਰ ਜਾ ਰਹੇ। ਮੇਰੇ ਜਮਾਤੀ ਮੈਨੂੰ ਕਿਹਾ ਕਰ, ਸਾਨੂੰ ਵੀ ਕੋਈ ਨੌਕਰੀ ਦੇ ਦੇਗਾ ਕਿ ਨਹੀਂ, ਪਾਣੀ ਪੂਣੀ ਪਿਆਉਣ ਵਾਸਤੇ ਰੱਖ ਲਈ। ਉਹ ਮੈਂ ਕਿਹਾ ਕੀ ਮੁਸੀਬਤਾਂ ਛੇੜ ਦਿੱਤੀਆਂ ਮੇਰੇ ਵਾਸਤੇ।
ਇਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਖਿੱਲੀ ਉੱਡਦੀ ਮੇਰੀ ਅਕਸਰ। ਚਲੋ ਦਿਨ ਬੀਤਦੇ। ਜਦੋਂ ਕਦੀ ਪੈਸੇ ਨਾ ਹੁੰਦੇ ਫੀਸ ਭਰਨ ਨੂੰ, ਨਵੀਂ ਕਲਾਸ 'ਚ ਚੜ੍ਹਦੇ, ਵਰਦੀਆਂ ਸਵਾਉਣ ਨੂੰ ਪੈਸੇ ਨਾ ਹੁੰਦੇ, ਕਿਤਾਬਾਂ ਖਰੀਦਣ ਨੂੰ ਪੈਸੇ ਨਾ ਹੁੰਦੇ, ਉਦਾਸ ਹੁੰਦੇ ਸੀ। ਮਾਂ ਕਿਹਾ ਕਰਦੀ, ਜਿਹੜਾ ਬੱਚਾ ਉਦਾਸ ਹੁੰਦਾ ਨਾ, ਮੈਂ ਇਹ ਸਮਝਦੀ ਹਾਂ ਕਿ ਦਸਮ ਪਾਤਸ਼ਾਹ ਕਲਗੀਧਰ ਤੇ ਸ਼ੱਕ ਕਰਦਾ ਹੈ। ਉਹ ਆਪਣੇ ਪਿਤਾ ਕਿੰਨੇ ਅਮੀਰ ਨੇ ਤੁਹਾਨੂੰ ਪਤਾ ਹੀ ਨਹੀਂ ਹੈ। ਤੁਹਾਨੂੰ ਜਿਸ ਦਿਨ ਮੰਗਣ ਦੀ ਅਕਲ ਆ ਗਈ, ਉਸ ਦਿਨ ਤੁਹਾਨੂੰ ਖਜ਼ਾਨਿਆਂ ਦੇ ਖਜ਼ਾਨੇ ਮਿਲਣਗੇ। ਉਹਨਾਂ ਦੇ ਤੁਸੀਂ ਸੂਰਮਗਤੀ ਲੈਣੀ ਹੈ ਨਾ, ਜਰਨੈਲ ਬਣਨਾ ਨਾ ਫੌਜਾਂ ਦੇ, ਮਹਾਰਾਜਾ ਅੱਗੇ ਮੱਥਾ ਟੇਕੋ, ਤੁਹਾਨੂੰ ਜਰਨੈਲੀਆਂ ਬਖਸ਼ ਦੇਣਗੇ। ਪੈਸੇ ਦੀ ਤੰਗੀ ਹੈ ਨਾ, ਉਹ ਖਜ਼ਾਨਿਆਂ ਦੇ ਮਾਲਕ ਆਪਣੇ ਮਹਿਲਾਂ ਦੇ ਦਰਵਾਜ਼ੇ ਖੋਲ ਦੇਣਗੇ, ਇੰਨੇ ਖਜ਼ਾਨੇ ਨੇ ਉੱਥੇ। ਪਰ ਜਦੋਂ ਤੁਹਾਨੂੰ ਮੰਗਣ ਦੀ ਅਕਲ ਆ ਗਈ, ਉਦੋਂ ਅਸੀਂ ਪੁੱਛਦੇ, ਮਾਂ ਕਿਵੇਂ ਮੰਗੀਦਾ ਹੁੰਦਾ? ਜਪਜੀ ਸਾਹਿਬ ਦਾ ਪਾਠ ਕਰੋ ਸਵੇਰ ਸਾਰ, ਫਿਰ ਅਰਦਾਸ ਕਰੋ, ਜੋ ਮੰਗੋਗੇ ਥੋੜੀ ਜਿਹੀ ਦੇਰ ਲੱਗ ਸਕਦੀ ਹੈ ਪਰ ਮਿਲੇਗਾ। ਜਿਸ ਛੋਕਰੇ ਦੀ ਜੇਬ ਵਿੱਚ 10ਵੀਂ ਪਾਸ ਤਾਂ ਕਰ ਲਈ ਸੀ, ਮੈਰਿਟ 'ਚ ਆਇਆ, ਜਿਹਦੀ ਜੇਬ 'ਚ ਚਵਾਨੀ ਨਹੀਂ ਸੀ, ਉਹ ਕਾਲਜ 'ਚ ਦਾਖਲ ਹੋ ਗਿਆ ਸੀ। ਮੈਂ ਆਪਣੇ ਵਿਦਿਆਰਥੀਆਂ ਨੂੰ ਕਹਿੰਦਾ ਹੁੰਦਾ ਕਿ ਜਿਹਦਾ ਕਰਾਮਾਤਾਂ 'ਚ ਯਕੀਨ ਨਹੀਂ ਨਾ ਹੈ, ਉਹ ਮੇਰੇ ਤੋਂ ਮੇਰੀਆਂ ਗੱਲਾਂ ਸੁਣ ਲੇ, ਉਹਨੂੰ ਕਰਾਮਾਤਾਂ ਸਹੀ ਲੱਗਣ ਲੱਗ ਜਾਣਗੀਆਂ। ਸਕੂਲ ਦੇ ਮਾਸਟਰ ਜੀ ਕੋਲ ਸ਼ਾਮ ਨੂੰ ਚਲੇ ਜਾਂਦੇ ਪੜ੍ਹਨ, ਆਹ ਸਵਾਲ ਨਹੀਂ ਸਮਝ ਆਇਆ ਜੀ, ਦਿਨ 'ਚ ਸਾਨੂੰ ਸਮਝਾਓ। ਉਹ ਮਾਸਟਰ ਜੀ ਨੂੰ ਦੇਣ ਲਈ ਪੈਸਾ ਨਹੀਂ ਹੁੰਦਾ ਸੀ। ਕਿਸੇ ਮਾਸਟਰ ਜੀ ਨੇ ਮੱਥੇ ਵੱਟ ਨਹੀਂ ਪਾਇਆ ਸੀ ਵੀ ਸਾਰਾ ਦਿਨ ਝੱਕ ਮਾਰਿਆ ਸੀ ਤੁਹਾਡੇ ਨਾਲ, ਹੁਣ ਸ਼ਾਮ ਨੂੰ ਘਰ ਕਿਉਂ ਆ ਗਏ। ਜਿੰਨਾ ਚਿਰ ਉਹਨਾਂ ਨੂੰ ਤਸੱਲੀ ਨਾ ਹੁੰਦੀ ਕਿ ਇਹ ਸਮਝ ਗਿਆ, ਸਾਨੂੰ ਪੜ੍ਹਾਈ ਜਾਂਦੇ। ਉਹਨਾਂ ਨੂੰ ਦੇਣ ਲਈ ਸਾਡੇ ਕੋਲ ਕੀ ਹੁੰਦਾ ਸੀ? ਗੰਨੇ, ਛੋਲੀਆ, ਮੱਖਣ ਪਾ ਕੇ ਸਾਗ, ਮੱਕੀ ਦੀ ਰੋਟੀ। ਪੈਸੇ ਨਹੀਂ ਹੁੰਦੇ ਸੀ। ਇਹ ਚੀਜ਼ਾਂ ਉਹ ਮੰਗਦੇ ਨਹੀਂ ਹੁੰਦੇ ਸੀ, ਲੇਕਿਨ ਜਦੋਂ ਅਸੀਂ ਲੈ ਕੇ ਜਾਂਦੇ, ਸਾਨੂੰ ਅਸੀਸ ਮਿਲਦੀ, ਸਾਨੂੰ ਵਿੱਦਿਆ ਦਾ ਦਾਨ ਮਿਲਦਾ ਉੱਥੋਂ। ਇਹ ਪਿਆਰ ਮਿਲਿਆ ਸਕੂਲ ਦੇ ਮਾਸਟਰਾਂ ਤੋਂ। ਕਾਲਜ 'ਚ ਦਾਖਲ ਹੋ ਗਏ। ਨਰਿੰਦਰ ਕਾਲੀਆ ਅੰਗਰੇਜ਼ੀ ਦਾ ਪ੍ਰੋਫੈਸਰ, ਉਰਦੂ ਦਾ ਸ਼ਾਇਰ। ਜਾਂ ਅੰਗਰੇਜ਼ੀ ਬੋਲਦੇ ਜਾਂ ਉਰਦੂ, ਨਾ ਪੰਜਾਬੀ ਬੋਲਦੇ ਨਾ ਹਿੰਦੀ। ਇੱਕ ਦਿਨ ਨੋਟਿਸ ਬੋਰਡ ਤੇ ਲੱਗਿਆ ਹੋਇਆ ਕਿ 2 ਦਿਨ ਦੀ ਛੁੱਟੀ ਤੇ ਨੇ ਕਾਲੀਆ ਸਾਹਿਬ, ਮਤਲਬ 2 ਦਿਨ ਕਲਾਸ ਨਹੀਂ ਲੱਗੇਗੀ। 2 ਦਿਨ ਬਾਅਦ ਜਦੋਂ ਆਏ, ਸਾਡੇ ਕਲਾਸਰੂਮ ਨੂੰ ਜਾ ਰਹੇ ਸਨ, ਮੈਂ ਉਹਨਾਂ ਦੇ ਨਾਲ ਨਾਲ ਚੱਲ ਪਿਆ। ਮੈਂ ਕਿਹਾ, ਸਰ ਕੋਈ ਟੀਚਰ ਇਸ ਤਰ੍ਹਾਂ ਦਾ ਹੁੰਦਾ ਹੈ, ਜੇ ਨਾ ਆਏ ਤਾਂ ਬੱਚੇ ਮਿਸ ਕਰਦੇ ਨੇ, ਮਹਿਸੂਸ ਹੁੰਦਾ ਬੱਚਿਆਂ ਨੂੰ ਸਾਡਾ ਟੀਚਰ ਕਿਉਂ ਨਹੀਂ ਆਇਆ। हंस पे, कहते अरे कोई स्टूडेंट भी होता है ऐसा, वो ना आए तो टीचर अपने स्टूडेंट को मिस करता है। रट्टे लाए, किताबां दा मैदा बना दिता, बल्ले बल्ले हुई, नौकरी यूनिवर्सिटी च मिल गई, बड़ी वड्डी कोठी यूनिवर्सिटी च मिली। मेरे नानके हरियाणे च ने ते मेरे मामा जी निहंग सिंह। उस कोठी च एक शाम मामा जी आ गए, ਗੱਲਾਂ ਕਰਦਿਆਂ ਕਰਦਿਆਂ ਕਹਿੰਦੇ, ਭਾਣਜੇ ਤੂੰ ਗੁਰੂ ਮਹਾਰਾਜ ਨੂੰ ਯਾਦ ਰੱਖਿਆ ਕਰ। ਮੇਰੀ ਮਾਂ ਬੋਲੀ ਹਰਿਆਣਵੀ ਹੈ, ਮੇਰਾ ਬਚਪਨ ਤੇ ਮੇਰੇ ਬਾਪੂ ਜੀ ਦੇ ਨਾਨਕੇ ਵੀ ਹਰਿਆਣੇ 'ਚ ਨੇ। ਮੈਨੂੰ ਹਰਿਆਣਵੀ ਬੋਲੀ ਬਹੁਤ ਮਿੱਠੀ ਲੱਗਦੀ ਹੈ। ਮੈਨੂੰ ਕਹਿੰਦੇ ਪਾਠ ਕਰਿਆ ਕਰ। ਮੈਂ ਕਿਹਾ ਕਰਦਾ ਹੁੰਦਾ ਜੀ। ਗੱਲਾਂ ਕਰਦੇ ਰਹੇ। ਥੋੜੀ ਦੇਰ ਬਾਅਦ ਕਹਿੰਦੇ ਗੁਰੂ ਮਹਾਰਾਜ ਨੂੰ ਯਾਦ ਕਰਿਆ ਕਰ ਨਾ ਤੂੰ। ਮੈਂ ਕਿਹਾ ਕਰਦਾ ਹੁੰਦਾ। ਉੱਪਰ ਚੁਬਾਰੇ 'ਚ ਰਾਤ ਉਹਨਾਂ ਨੂੰ ਛੱਡਣ ਵਾਸਤੇ, ਪੁੱਛਣ ਵਾਸਤੇ ਵੀ ਕੱਲ ਨੂੰ ਦੁੱਧ ਪੀਓਗੇ ਕਿ ਚਾਹ ਪੀਓਗੇ। ਮੈਂ ਉੱਪਰ ਚਲਾ ਗਿਆ, ਥੋੜ੍ਹੀਆਂ ਜਿਹੀਆਂ ਗੱਲਾਂ ਉੱਥੇ ਕਰਨ ਲੱਗੇ। ਮੈਨੂੰ ਕਹਿੰਦੇ ਪੱਕੀ ਬਾਤ ਹੈ ਨਾ, ਤੂੰ ਗੁਰੂ ਮਹਾਰਾਜ ਨੂੰ ਯਾਦ ਕੀਆ ਕਰੇ। ਮੈਂ ਕਿਹਾ ਮੇਰੀ ਸ਼ਿਕਾਇਤ ਪਹੁੰਚੀ ਤੁਹਾਡੇ ਕੋਲ ਕੋਈ? ਉਹ ਕਹਿੰਦੇ ਨਾ, ਸ਼ਿਕਾਇਤ ਸਕੂਤ ਤੋਂ ਕੋਈ ਨਹੀਂ ਪਹੁੰਚੀ, ਨਿਊ ਹੀ ਇੱਕ ਪੁਰਾਣੀ ਬਾਤ ਯਾਦ ਆ ਗਈ ਥੀ। ਕੀ ਯਾਦ ਆ ਗਿਆ ਸੀ? ਕਹਿੰਦਾ थारी यूनिवर्सिटी बन रहा करी थी, बस मैं बैठे बैठे देखा करा ते, मुसाफिरां नूं पुछया करा ते, जो के बन रहा भाई, बताया करा दे। तालीम का, विद्या का बड़ा बड़ा महकमा बन रहा हो रहा है। ईब मारे छोरे छोरियां नूं बलैत नहीं जाना पड़ेगा, उरी बलैत पास हो जा करेंगे। देखांगे बई कदे इस महकमे नूं कौन बस ते उतरा है, फिर थारा यूनिवर्सिटी देखा है, फिर बस चढ़ा, बस मन में था देखांगे। एक दिन भाणजे घोड़े पर सवार पटियाले तो राजपुरे की तरफ जा रहा था, रास्ते में थारी यूनिवर्सिटी आ गई। लो भाई आज घोड़ा भी है, टाइम भी, आज देखांगे जो महकमा। घोड़े का लगाम खींच दिया दैनी तरफ। थारा सिपाही खड़ा था गेट पे, उसने घोड़े की लगाम पकड़ ली। कहे बाबा के काम है अंदर? मैं कहा कोई काम नहीं। फिर पूछा किसनू मिलेगा तो अंदर? मैं कहा किसी नू नहीं। फिर किसा जावा था अंदर? मैं कहा देखूं तो जो है कि। और सिपाही कहता बाबा न्यू देखने का हुक्म नहीं है,
नहीं हुक्म ना सही भाई, फिर घोड़े की लगाम दूसरी तरफ चल पड़े। आ जाओ बात याद आ गई थी भाणजे, देखण का हुक्म नहीं था रहन का हुक्म मिल गया। तां पुछूं भी गुरु महाराज सच्चे पातशाह नूं याद करया करें तो कि नहीं। पातशाह दा अपने नाल वाद है, इन गरीब सिखन को दूं पातशाही, ये याद करें हमरी गुरियाई। अपने च कोई सिफत नहीं सी, आपां दस के गए ने तुहानूं प्रभु साहब, 1000 साल की गुलामी। हिंदुस्तान इस तरह का हो गया सी भी साडी माड़ी किस्मत चंगी हो ही नहीं सकती। गुरु नानक देव जी आए, विरसा साडा किहो जिहा। प्रोफैसर पूर्ण सिंह किवें याद करते हैं गुरु नानक महाराज नूं। स्पिरिट ऑफ द ओरीएंटल पोइट्री दे विच कदे आए है, उहदे विच जिक्र है। पूर्ण सिंह लिखते हैं कि ध्रुव ने छोटी उम्र च बंदगी की, इन्नी बंदगी कि परमेश्वर प्रसन्न हो गया, धरती ते प्रगट होया। ध्रुव उहदे वल देखदा रहा, आवाज़ आई, पुत्र असीं प्रसन्न हां तुहाडे ते, दिल की इच्छा पूरी करांगे, मंगो जो मन की इच्छा है। ध्रुव अवाक देखदा रहा। परमेश्वर ने फिर कहा, संगो ना, झिझको ना, दिल की इच्छा पूरी करांगे, जो मन च है सो मंगो देंगे, तुहाडी तपस्या संपूर्ण होई। ध्रुव ने कहा, पिता तुहाडे जिन्नी सोहनी शक्ल सूरत मैं देखी नहीं सी कदी, इनू प्रगट करने वास्ते, इहदा वर्णन करने वास्ते मेरे को बोल नहीं हन, मैनू सुंदर बाणी दे दो बस। ध्रुव नूं सुंदर बाणी मिली, फिर उन्हें रब का गीत गाया। पूर्ण सिंह लिखदा है, असीं पंजाब दे लोग रब की बंदगी करने वाले सां, रब नूं प्रेम करने वाले सां, पर साडे कोलों ਉਹ ਬਾਣੀ ਖੁੱਸ ਗਈ ਸੀ। वेद बाणी हो गई पुराने समय च, सानू समझ आउणों हट गई, साडे कोल बाणी नहीं रही सी कि असीं रब का जिक्र कर सकीए। गुरु नानक देव जी बारे लिखते हैं, ही डिसेंडेड ऑन दिस अर्थ लाइक ए सॉन्ग ऑफ हैवन। इलाही गीत वांगू रब्बी बरसात बन के गुरु नानक देव धरती ते उतरिया, सानू बाणी दिती कि ऐ ने बोल, इन्हां बोलां नाल उहदा गुणगान करो। मानयोग साध संगत, हुण तक सारे बुलारियां ने 2300 साल पुरानी अपनी विरासत का जिक्र किया है, सिकंदर ते पोरस तक का। उहदे तो पहलां भी कोई हैगा सी? कौन सी उहदे तो पहलां? ਉਹ ਪੰਜਾਬੀ ਜਿਨ੍ਹਾਂ ਨੇ ਬਿਆਸ ਦਰਿਆ ਦੇ ਕਿਨਾਰਿਆਂ ਤੇ ਰਿਗਵੇਦ ਉਤਾਰਿਆ ਸੀ 5000 ਸਾਲ ਪਹਿਲੋਂ। ਮੈਕਸ ਮੂਲਰ ਨੇ 150 ਸਾਲ ਪਹਿਲੋਂ ਅੰਗਰੇਜ਼ੀ 'ਚ ਤਰਜਮਾ ਕੀਤਾ। ਉਹਦਾ ਅੰਗਰੇਜ਼ੀ ਤਰਜਮਾ ਮੈਂ ਜਦੋਂ ਵਿਦਿਆਰਥੀ ਸਾਂ ਉਦੋਂ ਪੜ੍ਹਿਆ। ਮੁੱਖ ਬੰਦ ਦੇ ਵਿੱਚ ਮੈਕਸ ਮੂਲਰ ਲਿਖਦਾ ਹੈ, ਇਹ ਸੈਂਟੈਂਸ ਧਿਆਨ ਨਾਲ ਸੁਣਨ ਵਾਲੇ ਤੁਹਾਡੇ। ਮੈਕਸ ਮੂਲਰ ਮੁੱਖ ਬੰਦ 'ਚ ਲਿਖਦਾ ਹੈ, ਤਾਰਿਆਂ ਦੀ ਛਾਂ ਹੇਠ ਰੁਮਕਦੀਆਂ ਪੌਣਾਂ ਵਿੱਚ ਆਨੰਦਿਤ ਹੋ ਕੇ ਏਸ਼ੀਆ ਦੇ ਬੱਚਿਆਂ ਨੇ ਖੁਸ਼ੀ ਵਿੱਚ ਜਦੋਂ ਕਿਲਕਾਰੀ ਮਾਰੀ ਤਾਂ ਰਿਗਵੇਦ ਪ੍ਰਗਟ ਹੋਇਆ। ਰਿਗਵੇਦ ਕਿਹਦਾ ਹੈ? ਸਾਡੇ ਵਡੇਰਿਆਂ ਦਾ। ਅਸੀਂ ਉਹਨਾਂ ਨੂੰ ਭੁੱਲ ਗਏ। 4 ਵੇਦਾਂ ਦੇ ਨਾਂ ਨਹੀਂ ਯਾਦ ਰਹੇ ਸਾਨੂੰ। ਤੁਹਾਡੇ ਵਾਸਤੇ ਖੁਸ਼ਖਬਰੀ, ਕੁਛ ਬੋਧ ਸਾਹਿਤ ਦਾ ਮੈਂ ਅਨੁਵਾਦ ਕੀਤਾ ਹੈ, ਉਹਦਾ ਵੀ ਦੱਸਾਂਗਾ, ਸਾਡਾ ਪੁਰਾਣਾ ਵਿਰਸਾ ਹੈ। ਮੈਂ ਇਹ ਫੈਸਲਾ ਕੀਤਾ ਕਿ 4 ਵੇਦਾਂ ਦਾ ਪੰਜਾਬੀ ਬੋਲੀ 'ਚ ਤੇ ਗੁਰਮੁਖੀ ਲਿਪੀ ਦੇ ਵਿੱਚ ਅਨੁਵਾਦ ਕਰਨਾ ਹੈ। ਇਹਦੇ ਤੇ ਐਸ ਖਜ਼ਾਨੇ ਦੇ ਮਾਲਕ ਤਾਂ ਅਸੀਂ ਆ। ਹਿੰਦੁਸਤਾਨ ਕਹਿੰਦਾ ਇਹ ਸਾਡਾ। ਕਿਉਂ ਸਾਡਾ? ਕਿਉਂ ਨਹੀਂ ਬਈ? ਪਹਿਲਾ ਅਧਿਕਾਰ 4 ਵੇਦਾਂ ਤੇ ਮੇਰਾ ਹੈ, ਕਿਉਂਕਿ ਮੇਰੇ ਵਡੇਰਿਆਂ ਨੇ, ਮੇਰੇ ਪੜਦਾਦਿਆਂ ਨੇ ਮਿਹਨਤਾਂ ਕਰਕੇ ਉਤਾਰੀ ਸੀ ਇਹ ਵਿਦਿਆ ਧਰਤੀ ਤੇ। ਮੈਕਸ ਮੂਲਰ ਲਿਖਦਾ ਹੈ ਕਿ 5000 ਸਾਲ ਪਹਿਲੋਂ ਜਦੋਂ ਮਨੁੱਖ ਨੂੰ ਕੱਪੜਾ ਪਹਿਨਣ ਦੀ ਜਾਚ ਨਹੀਂ ਸੀ, ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਡੇਰਿਆਂ ਨੇ ਰਿਗਵੇਦ ਦਾ ਪ੍ਰਕਾਸ਼ ਕਰ ਲਿਆ ਸੀ ਧਰਤੀ ਤੇ। ਕੱਪੜੇ ਪਹਿਨਣ ਦੀ ਜਾਚ ਨਹੀਂ ਸੀ, ਅਜੇ ਕੱਪੜੇ ਦੀ ਇਜਾਦ ਨਹੀਂ ਹੋਈ ਸੀ। ਲੱਕ ਦੁਆਲੇ ਖੱਲਾਂ ਬੰਨ੍ਹਦੇ ਸੀ, ਲਪੇਟਦੇ ਸੀ, ਉਦੋਂ ਰਿਗਵੇਦ ਉਤਾਰਿਆ ਸੀ। ਰਿਗਵੇਦ ਦਾ ਪ੍ਰਕਾਸ਼ ਪੰਜਾਬ 'ਚ ਹੋਇਆ। ਤੇ ਮੇਰਾ ਤੁਹਾਡੇ ਨਾਲ ਇਸ ਪਵਿੱਤਰ ਦਿਨ ਤੇ ਵਾਅਦਾ ਹੈ ਕਿ ਥੋੜੇ ਸਮੇਂ ਦੇ ਵਿੱਚ ਹੀ, ਹਾਲਾਂਕਿ 10 ਵਾਲੀਅਮ ਦੇ ਵਿੱਚ ਕਰਨਾ ਹੈ, ਤਕਰੀਬਨ 1-1000 ਪੰਨਾ 1 ਵਾਲੀਅਮ ਦਾ ਹੋਏਗਾ, ਲੇਕਿਨ ਆਪਾਂ ਗੁਰੂ ਨਾਨਕ ਦੇਵ ਜੀ ਦੇ ਵਿਰਸੇ ਦੇ ਮਾਲਕ ਹਾਂ, ਆਪਾਂ ਉਤਾਰਾਂਗੇ, ਮੁੜ ਕੇ ਗੁਰਮੁਖੀ 'ਚ ਉਤਾਰਾਂਗੇ 4 ਵੇਦਾਂ ਨੂੰ। ਦੂਸਰੀ ਸਾਡੇ ਕੋਲ ਵਿਦਿਆ ਆਈ ਸੀ ਬੋਧ ਮਤ ਦੀ। ਪਹਿਲੀ ਸਦੀ ਈਸਵੀ 'ਚ ਇੱਕ ਪੰਜਾਬੀ ਜਵਾਨ ਸੀ, ਉਹਦਾ ਨਾਂ ਸੀ ਨਾਗਸੈਨ। ਉਹਦਾ ਗ੍ਰੰਥ ਮਿਲਿੰਦ ਪ੍ਰਸ਼ਨ ਮਿਲਦਾ ਹੈ। ਮਿਲਿੰਦ ਪ੍ਰਸ਼ਨ ਨੂੰ ਪਾਲੀ 'ਚ ਮਿਲਿੰਦ ਪਨਹਾ ਲਿਖਿਆ ਹੋਇਆ ਹੈ। ਪਨਹਾ ਮੈਨੇ ਪ੍ਰਸ਼ਨ। ਮਿਲਿੰਦ ਇੱਕ ਬਾਦਸ਼ਾਹ ਦਾ ਨਾਂ ਸੀ, ਅਸਲ ਨਾਂ ਸੀ ਮਿਨਾਂਡਰ। ਉਹਨੂੰ ਪਾਲੀ ਬੋਲੀ 'ਚ ਮਿਲਿੰਦ ਲਿਖਿਆ ਹੋਇਆ ਹੈ। ਪੰਜਾਬ ਤੇ ਰਾਜ ਸੀ ਉਹਦਾ। ਅਫਗਾਨਿਸਤਾਨ ਤੋਂ ਲੈ ਕੇ
सरस्वती नदी तक 13 सिक्के मिले ने ਉਹਦੇ, ਇੱਕ ਪਾਸੇ ਪਾਲੀ ਦੂਸਰੇ ਪਾਸੇ ਯੂਨਾਨੀ। ਉਹ ਉਦੋਂ ਪੰਜਾਬ ਬੋਧ ਪੰਜਾਬ ਸੀ, ਉਹ ਵਿਦੇਸ਼ੀ ਸੀ, ਪੰਜਾਬ ਬਾਰੇ ਜਾਣਨਾ ਚਾਹੁੰਦਾ ਸੀ। ਨਾਗਸੈਨ ਨੂੰ ਸੱਦਿਆ ਗਿਆ। ਨਾਗਸੈਨ ਆਪਣੇ ਸਮੇਂ ਦਾ ਸ਼੍ਰੋਮਣੀ ਵਿਦਵਾਨ ਸੀ। ਬਾਦਸ਼ਾਹ ਸਵਾਲ ਕਰਦਾ ਸੀ, ਨਾਗਸੈਨ ਜਵਾਬ ਦਿੰਦਾ ਸੀ। ਉਹਨਾਂ ਸਵਾਲਾਂ ਤੇ ਜਵਾਬਾਂ ਦਾ ਇੱਕ ਸੰਗ੍ਰਹਿ ਹੈ। ਮੈਂ ਜਦੋਂ MA 'ਚ ਇਸ ਗ੍ਰੰਥ ਦਾ ਪਾਠ ਕੀਤਾ, ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜਦੋਂ ਕਦੀ ਮੌਕਾ ਮਿਲੇਗਾ ਇਹਨੂੰ ਗੁਰਮੁਖੀ ਅੱਖਰਾਂ 'ਚ ਤੇ ਪੰਜਾਬੀ ਬੋਲੀ 'ਚ ਅਨੁਵਾਦ ਕਰਾਂਗਾ। ਰਾਜੇਸ਼ ਰੰਜਨ ਬੁੱਧਿਜ਼ਮ ਦੇ ਪ੍ਰੋਫੈਸਰ ਸਨ। ਮੈਨੂੰ ਕਹਿੰਦੇ हमें सेंटर फॉर बुद्धिस्ट स्टडीज़ मिल सकता है सर अगर आप यत्न करें। मैं डिपार्टमेंट का चेयरमैन सी। मैं क्या की हुंदा है? कहंदे UGC का सेंटर हुंदा है, 10 लाख रुपए पहली बारी देणगे ते 5 लाख रुपए हर साल। मैं क्या जो हुंदा है अपने कोल तां स्याही खरीदण नूं पैसे नहीं, करो बंदोबस्त। उन्होंने 2 महीने ला के मेहनत की, अर्जियां पातियां, फार्म डाउनलोड किए। 2 महीनों बाद चिट्ठी आ गई, तुसी सेंटर फॉर बुद्धिस्ट स्टडीज़ मंगे, अपने केस नूं डिफेंड करने वास्ते इस तरीक नूं दिल्ली UGC के दफ्तर च पहुँचो। मैं किताबां चुकियां, सिलेबस चुके, राजेश रंजन नूं कहा नाल चलो। अंदर 6 बोध साधु बैठे सन भिक्खू इंटरव्यू लैण वास्ते। उन्होंने प्रणाम की, गल्लां होईयां। मैनू कहंदे सेंटर तो आपने मांग लिया, कुछ आपको भी दिलचस्पी है बौद्ध धर्म में? मैं कहा जी मैं वो खुशकिस्मत सिख हूँ जिसने तीनों पिटकों का पाठ किया हुआ है, सुत्त पिटक, धम्म पिटक, विनय पिटक। एक साधु कहना इन तीनों में से कौन सा सबसे बढ़िया ग्रंथ है? मैं क्या, मेरे बुजुर्गों ने मुझे ये लैंग्वेज नहीं सिखाई। आदमी धर्म ग्रंथों की मेरिट लिस्ट नहीं बनाया करता। आपको ये नहीं पूछना चाहिए था इन ग्रंथों में से कौन सा बढ़िया है। अगर पूछना ही था ये पूछते तीनों ग्रंथों में से कौन सा सबसे ज़्यादा समझ में आया। जो भी नहीं समझ में आए वो नीचे नहीं है, वो मैं विद्वानों के चरणों में बैठूंगा, कोश निकालूंगा, फिर उनको भी समझूंगा, वो भी मुझे अच्छे लगने लगेंगे। आज अगर नहीं लगे तो फिर एक साधु कहना अच्छा ठीक है, ये मैं सवाल वापस लेता हूँ। अगर आपको सेंटर दे दिया जाए सबसे पहले कौन सा काम करोगे? मैं कहा जी मिलिंद प्रश्न, मिलिंद प्रश्न को पंजाबी गुरमुखी में करूँगा, ये गिफ्ट दूंगा पंजाबियों को। कहते सुनाएंगे आप मिलिंद प्रश्न में से कुछ? मेरे जिड्डा रट्टेबाज इस सदी च है नहीं कोई। मानयोग बच्चियों बच्चियों भैनों भाईओ, मैं लखां किताबां नहीं पढ़ियां, मैं बहुत थोड़ियां जिहियां किताबां पढ़ियां, पर जिहड़ियां किताबां मैनूं चंगियां लगियां मैं बार बार पढ़ियां। मैं इक्को ही किताब 50-50 बारी पढ़ सकदा। वो मैनू वार्तक याद हो जाती है, पन्ने दे पन्ने। मैं दस सकदा 116 पन्ने ते की लिखा है मिलिंद प्रश्न दे। ये चमत्कार नहीं, बार बार पढ़न का नतीजा है। तो ये जेड़ा भी कर लूगा उन्होंने आ जाऊगा। मैनू कहते सुनाओगे मिलिंद प्रश्न? मैं क्या सुनाऊंगा जी। कर दिता जी शुरू। एक गल या 2 गल ही तुहानूं सुनाना, बस फिर तुहाडे तो किवें मंगांगे। मैं क्या जी, बादशाह ने प्रश्न किया, मैं पंजाबी सुना। बादशाह ने सवाल किया, पूजनीक नागसैन तुसी सारे ही आखी जाने हो कि गौतम सिद्धार्थ वड्डे सन, महान सन, किवें मन्नीए कि वड्डे सन? नागसैन कहंदा महाराज किते समुंदर के दर्शन कीते तुसी? मीनांडर कहंदा अनेक बार। महाराज किवें साबित करोगे कि समुंदर वड्डा है? बादशाह ने कहा जिथों तक निगाहां जांदियां ने समुंदर ही समुंदर है, दिसदा है कि वड्डा है? नागसैन कहंदा नहीं महाराज, असीं नज़रां दा भुलेखा देखिआ, नज़रां धोखा खांदियां ने, नज़रां रस्सी नूं सप समझ लैंदियां ने, असीं नज़रां ते इतबार नहीं करदे, दलील दे के साबित करो कि समुंदर वड्डा है। बादशाह कहंदा मैं दार्शनिक नहीं हाँ पूजनीक नागसैन, मैनूं दलीलां नाल साबित करना नहीं आउंदा, किरपा करो तुसीं साबित करो। नागसैन कहंदा जेठ हाड़ दियां लूआं वगदियां ने, धुप्पां गिरदियां ने धरती ते, नदियां नाले छप्पड़ सब सुक जांदे ने, घट गर्मी नहीं पैंदी महाराज समुंदर ते। गर्मियां दे दिनां विच लूआं सदका कदी समुंदर सुक्का देखिआ नहीं नागसैन। फिर महाराज बारिशां आउंदियां ने, नदियां नाले झीलां उछल जांदे ने, किनारिਆਂ ਤੋਂ हड़ आ जांदे ने, समुंदर ते बारिशां घट नहीं हुंदियां ते सैकड़े दरिया बारिशां दे भरे होए समुंदर च डिगदे ने। समुंदर च कदी वध बरसातां करके हड़ आया देखिआ नहीं नागसैन? इस तरह नहीं हुंदा।
ਮਹਾਰਾਜ ਸਾਬਤ ਹੋਇਆ ਕਿ ਸਮੁੰਦਰ ਵੱਡਾ ਹੈ? ਸਾਬਤ ਹੋਇਆ। ਮਹਾਰਾਜ ਨਿੰਦਕ ਬ੍ਰਾਹਮਣਾਂ ਨੇ ਗੌਤਮ ਸਿਧਾਰਥ ਦੇ ਖਿਲਾਫ ਨਿੰਦਿਆ ਦੇ ਹਜ਼ਾਰਾਂ ਗ੍ਰੰਥ ਰਚੇ, ਜਿੱਡਾ ਉਹਨਾਂ ਦਾ ਕੱਦ ਸੀ ਨਿੰਦਕ ਬ੍ਰਾਹਮਣਾਂ ਸਦਕਾ ਉਹਨਾਂ ਦਾ ਕੱਦ ਛੋਟਾ ਨਹੀਂ ਹੋਇਆ। ਮਹਾਰਾਜ ਮੇਰੇ ਸਮੇਤ ਅਨੇਕ ਬੋਧੀਆਂ ਨੇ ਗੌਤਮ ਸਿਧਾਰਥ ਦੀ ਸਿਫਤ ਦੇ ਵਿੱਚ ਲੱਖਾਂ ਗ੍ਰੰਥ ਲਿਖੇ, ਲੇਕਿਨ ਸਾਡੇ ਗ੍ਰੰਥਾਂ ਸਦਕਾ ਉਹਨਾਂ ਦਾ ਕੱਦ ਜਿੱਡਾ ਸੀ ਵੱਡਾ ਨਹੀਂ ਹੋਇਆ। ਇਸ ਕਰਕੇ ਅਸੀਂ ਆਖਦੇ ਹਾਂ ਨਾ ਬਾੜ ਹੈ ਨਾ ਘਾਟ ਹੈ, ਨਾ ਬਾੜ ਘਾਟ ਹੋਤ ਹੈ। ਵੱਡਾ ਉਹਨੂੰ ਕਹਿੰਦੇ ਆਪਾਂ ਜਿਹਦੇ 'ਚ ਅਸੀਂ ਵਧਾ ਨਾ ਸਕੀਏ ਤੇ ਜਿਹਦੇ 'ਚੋਂ ਅਸੀਂ ਕੁਝ ਘਟਾ ਨਾ ਸਕੀਏ। ਇੱਕ ਵਿਦਵਾਨਾਂ ਬਾਰੇ ਵੀ ਸੁਣ ਲਓ, ਹੁਣੀ ਜ਼ਿਕਰ ਹੋਇਆ ਸੀ ਵਿਦਵਾਨ ਕੀ ਕਰਦੇ ਨੇ। ਅੱਜ ਸਾਹਿਬਾਨ ਨੇ ਆਖਿਆ ਵੀ ਵਿਦਵਾਨਾਂ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ। ਇੱਥੇ ਤਾਂ ਜਿੰਨੀ ਸੰਗਤ ਹੈ ਬੀਬੀ ਇੰਦਰਜੀਤ ਕੌਰ ਜੀ ਤੋਂ ਲੈ ਕੇ ਇਹ ਵਿਦਵਾਨ ਦਾ ਹੋਣ ਦਾ ਦਾਅਵਾ ਨਹੀਂ ਕਰਦੀ, ਇਹ ਕਰਮ ਯੋਗੀ ਨੇ ਸਾਰੇ, ਇਹ ਸੇਵਾ ਦਾ ਦਾਅਵਾ ਕਰਦੇ ਨੇ। ਵਿਦਵਾਨਾਂ ਦਾ ਫਿਰ ਵੀ ਆਦਰ ਕਰਦੇ ਨੇ, ਇਸ ਕਰਕੇ ਪ੍ਰਣਾਮ ਇਹਨਾਂ ਨੂੰ। ਥੋੜੀਆਂ ਕਰਾਉਂਦੀਆਂ ਨੇ, ਘੱਟ ਕਰਾਉਂਦੀਆਂ। ਤਾਂ ਇੱਕ ਸਵਾਲ ਤੇ ਇੱਕ ਜਵਾਬ ਹੋਰ ਤੁਹਾਨੂੰ ਸੁਣਾਵਾਂ। ਵਿਦਵਾਨਾਂ ਦਾ ਜ਼ਿਕਰ ਇਹਦੇ 'ਚ ਤਾਂ ਸੁਣਾਉਂਗਾ ਤੇ ਵਿਦਵਾਨਾਂ ਦੇ ਖਿਲਾਫ ਹੈ, ਇਸ ਕਰਕੇ ਸੁਣਾਉਂਗਾ। ਬਾਦਸ਼ਾਹ ਕਹਿੰਦਾ ਨਾਗਸੈਨ, ਗਿਆਨ 'ਚ ਤੇ ਵਿਦਿਆ 'ਚ ਕੋਈ ਫਰਕ ਹੈ ਕਿ ਇੱਕੋ ਚੀਜ਼ ਦੇ ਦੋ ਨਾਂ ਨੇ? ਨਾਗਸੈਨ ਕਹਿੰਦਾ ਜੀ ਵੱਖੋ ਵੱਖਰੇ ਨੇ ਦੋਵੇਂ ਚੀਜ਼ਾਂ। ਕਿਸ ਤਰ੍ਹਾਂ ਨਾਗਸੈਨ? ਨਾਗਸੈਨ ਕਹਿੰਦਾ ਮਹਾਰਾਜ ਅੱਖਾਂ ਨਮਕ ਦੀ ਡਲੀ ਦੇਖ ਸਕਦੀਆਂ ਨੇ, ਨਮਕ ਦਾ ਸਵਾਦ ਨਹੀਂ ਚੱਖ ਸਕਦੀਆਂ। ਨਮਕ ਦਾ ਸਵਾਦ ਜੀਭ ਚੱਖੇਗੀ। ਅਸੀਂ ਕਦੀ ਕਦੀ ਆਖ ਦਿੰਦੇ ਹਾਂ ਮਹਾਰਾਜ ਗੱਡਾ 20 ਮਣ ਨਮਕ ਲਈ ਜਾ ਰਿਹਾ ਹੈ, ਬਲਦ 20 ਮਣ ਨਮਕ ਖਿੱਚੀ ਜਾ ਰਹੇ ਨੇ। ਮਹਾਰਾਜ ਬਲਦਾਂ ਨੂੰ ਕੋਈ ਪਤਾ ਨਹੀਂ ਉਹ ਕੀ ਖਿੱਚੀ ਜਾ ਰਹੇ ਨੇ, ਉਹ ਤਾਂ ਭਾਰ ਢੋ ਰਹੇ ਨੇ। ਇੱਕ ਵਾਕ ਜਿਹੜਾ ਤੁਹਾਡੀ ਜ਼ਿੰਦਗੀ ਬਦਲ ਦੇ ਉਹ ਗਿਆਨ ਹੈ ਮਹਾਰਾਜ। ਵਿਦਵਾਨ ਗੱਡਿਆਂ 'ਚ ਕਿਤਾਬਾਂ ਦਾ ਭਾਰ ਢੋ ਰਹੇ ਨੇ। ਹੁਣ ਅਖੀਰ 'ਚ ਸਮਾਪਤੀ ਵੱਡਿਆਂ ਦੀਆਂ, ਕਿਉਂਕਿ ਸਮਾਂ ਨਹੀਂ ਨਾ, ਜੇ ਕਿਤੇ ਮੈਨੂੰ ਪਹਿਲਾਂ ਟਾਈਮ ਹੁੰਦੇ ਮੈਂ 1 ਘੰਟਾ ਲੈਣਾ ਸੀ ਤੁਹਾਡਾ, ਅੱਜ ਨਹੀਂ ਲੈਂਦਾ, ਕਦੀ ਫੇਰ ਆਊਂ। ਨਹੀਂ ਉਹ ਦੇਖੋ ਪ੍ਰੋਫੈਸਰ ਪੂਰਨ ਸਿੰਘ ਜੀ ਦੀ 1-2 ਗੱਲ ਸੁਣਾਣੀ ਹੈ ਤੁਹਾਨੂੰ। ਆਪਣਾ ਵਿਰਸਾ ਕਿਹੋ ਜਿਹਾ ਤੇ ਜਿਨ੍ਹਾਂ ਵੱਡਿਆਂ ਨੇ ਇਸ ਵਿਰਸੇ ਨੂੰ ਸਮਝਿਆ ਉਹ ਕਿਹੋ ਜਿਹੇ ਹੁੰਦੇ ਨੇ। ਪ੍ਰੋਫੈਸਰ ਪੂਰਨ ਸਿੰਘ ਨੂੰ ਦੇਹਰਾਦੂਨ ਕੋਠੀ ਬਣਾਈ ਸੀ ਉਹਨਾਂ ਨੇ, ਉਹਨਾਂ ਦੇ ਪਰਿਵਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਡੋਨੇਟ ਕਰ ਦਿੱਤੀ ਹੈ। 3.5 ਏਕੜ ਦੇ ਵਿੱਚ ਬਣਿਆ ਹੋਇਆ ਮਹਿਲ ਹੈ ਉਹ, ਪ੍ਰੋਫੈਸਰ ਪੂਰਨ ਸਿੰਘ ਦਾ ਬਣਾਇਆ ਹੈ। ਉੱਥੇ ਰਹਿੰਦੇ ਹੁੰਦੇ ਸੀ। ਹਰਿਦੁਆਰ, ਟੀਰੀ, ਰਿਸ਼ੀਕੇਸ਼, ਦੇਹਰਾਦੂਨ, ਇੱਥੋਂ ਦਾ ਜਿਹੜਾ ਹਿੰਦੂ ਭਾਈਚਾਰਾ ਸੀ ਉਹ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਸਵਾਮੀ ਜੀ ਕਿਹਾ ਕਰਦਾ ਸੀ, ਸਵਾਮੀ ਪੂਰਨ ਜੀ, ਕਿਉਂਕਿ ਸਵਾਮੀ ਰਾਮ ਤੀਰਥ ਦੇ ਦੋਸਤ ਸਨ। ਇੱਕ ਦਿਨ 4 ਸਾਧੂ ਮਿਲਣ ਵਾਸਤੇ ਆਏ। गेट ते दरबान ਨੂੰ ਕਹਿੰਦੇ जी स्वामी जी हैं? हाँ जी हैं। उनके दर्शन करने हैं। ਪੁੱਛਣ ਚਲੇ ਗਏ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ले आओ। आ गए, ਗੱਲਾਂ ਹੋਣ ਲੱਗੀਆਂ, ਵਿਚਾਰ ਵਟਾਂਦਰੇ ਹੋਣ ਲੱਗੇ। ਇੱਕ ਸਾਧੂ ਕਹਿੰਦਾ जी स्वामी जी आप कौन सी साधना कौन सा तप करते हो जो आपके माथे पर इतना नूर है? प्रोफेसर पूर्ण सिंह कहते तप साधना बंदगी करनी तो दरकिनार, हमें तो पता भी नहीं कि होती क्या है। जिस बात का पक्का पता है वो ये कि बादशाह के महल में जन्म लेते ही बच्चे को राजकुमार कहा जाता है। तप साधना बंदगी की थी गुरु गोबिंद सिंह जी ने, हमने उनके महल में जन्म ले लिया तो पिता की जायदाद बच्चों को ही मिलेगी कि नहीं मिलेगी? कुल मिला के मानयोग साध संगत जिन्ना मैं गुरमत साहित्य पढ़िया दिन ब दिन इस नतीजे ते पहुँचदा कि जे संसार च कोई अमीर है तो आपां पंजाबी हाँ। साडे कोल जिहड़े खजाने बख्श के गए ने ना सच्चे पातशाह, वो किसी कोल नहीं हन। तो ये खजाना उदों सानू पता लगेगा जदों खोलांगे आपां तिजोरियां। प्रोफैसर पूर्ण सिंह ते भाई नंद लाल दोवां दा एक एक शेर एक एक कथन तुहाडी नज़र करके खिमा मंग। प्रोफैसर पूर्ण सिंह लिखते हैं क्योंकि आनंदपुर की नगरी उच्ची पहाड़ी ते वसी हुई है ना, दूरों ही दर्शन हो जाते हैं। प्रोफैसर पूर्ण सिंह लिखते हैं कि दर्शन करन जांदे दूरों ही जदों आनंदपुरी दे दीदार होंदे ने
ਮੈਨੂੰ ਇਉਂ ਲੱਗਣ ਲੱਗ ਜਾਂਦਾ ਹੈ ਕਿ ਅਸਮਾਨ ਦੀ ਇੱਕ ਕੰਨੀ ਕਿਸੇ ਨੇ ਉੱਪਰ ਚੁੱਕ ਦਿੱਤੀ, ਅਸਮਾਨ ਤੋਂ ਪਾਰ ਕੀ ਹੈ ਉਹਦੇ ਦੀਦਾਰ ਹੋ ਗਏ। ਇਹ ਧਰਤੀ ਦੀ ਵਸਤੂ ਨਹੀਂ ਹੈ ਅਨੰਦਪੁਰ, ਇਹ ਅਸਮਾਨ ਦੀ ਕੰਨੀ ਚੁੱਕੀ ਗਈ ਤੇ ਅਸਮਾਨ ਤੋਂ ਪਾਰ ਕੀ ਹੈ ਉਹਦੇ ਦੀਦਾਰ ਹੋਏ ਨੇ। ਦੂਸਰਾ ਸ਼ੇਰ ਭਾਈ ਨੰਦ ਲਾਲ ਜੀ ਦਾ। ਭਾਈ ਨੰਦ ਲਾਲ ਜੀ ਇੰਨੇ ਡੂੰਘੇ, ਆਪਾਂ ਆਪਣੇ ਵਡੇਰਿਆਂ ਨੂੰ ਯਾਦ ਕਰ ਰਹੇ ਹਾਂ, ਵਿਰਸੇ ਨੂੰ ਯਾਦ ਕਰ ਰਹੇ ਹਾਂ, ਉਹਨਾਂ ਵਰਗੇ ਬਣ ਨਹੀਂ ਸਕਦੇ, ਉਹਨਾਂ ਦੇ ਪਾਠਕ ਤਾਂ ਬਣੀਏ। ਕਦੀ ਕਦੀ ਮੈਨੂੰ ਕੋਈ ਦੋਸਤ ਕਹਿ ਦਿੰਦਾ ਡਾਕਟਰ ਗੰਡਾ ਸਿੰਘ ਵਰਗੇ, ਪ੍ਰੋਫੈਸਰ ਸਾਹਿਬ ਸਿੰਘ ਵਰਗੇ, ਭਾਈ ਵੀਰ ਸਿੰਘ ਵਰਗੇ ਵਿਦਵਾਨ ਕਿਉਂ ਨਹੀਂ ਹੁੰਦੇ ਅੱਜ ਕੱਲ੍ਹ। ਉਹ ਮੈਂ ਕਿਹਾ ਇਹ ਵਿਦਵਾਨ ਕਦੋਂ ਹੋਣਗੇ, ਤਾਂ ਛੱਡੋ, ਇਹਨਾਂ ਨੂੰ ਪੜ੍ਹਨ ਵਾਲੇ ਨਹੀਂ ਪੈਦਾ ਹੁੰਦੇ ਸਾਡੇ ਕੋਲ ਅੱਜ ਕੱਲ੍ਹ। ਪਹਿਲਾਂ ਇਹਨਾਂ ਨੂੰ ਪੜ੍ਹਾਂਗੇ ਫੇਰ ਹੀ ਇਹਨਾਂ ਵਰਗੇ ਹੋਵਾਂਗੇ। ਪ੍ਰੋਫੈਸਰ ਆਪਣਾ ਭਾਈ ਨੰਦ ਲਾਲ ਜੀ ਦਾ ਸ਼ੇਰ। ਭਾਈ ਨੰਦ ਲਾਲ ਜੀ ਨੇ ਸਾਰੀਆਂ ਵੱਡੀਆਂ ਸੱਟਾਂ ਦੇਖੀਆਂ। ਭਾਈ ਨੰਦ ਲਾਲ ਜੀ ਦੀ ਉਮਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਦੇ ਬਰਾਬਰ ਸੀ। ਭਾਈ ਨੰਦ ਲਾਲ ਜੀ ਦਾ ਵੱਡਾ ਬੇਟਾ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਤੋਂ ਵੱਡਾ ਸੀ, ਲੇਕਿਨ ਜਦੋਂ ਈਮਾਨ ਲਿਆਂਦਾ ਤਾਂ ਫਿਰ ਜਿਹੋ ਜੀ ਸ਼ਾਇਰੀ ਰਚੀ, ਜਿਹੋ ਜੀ ਰਚਨ, ਸਾਰੀਆਂ ਵੱਡੀਆਂ ਸ਼ਹਾਦਤਾਂ ਦੇਖੀਆਂ ਭਾਈ ਨੰਦ ਲਾਲ ਜੀ ਨੇ। ਸ਼ੇਰ ਕਿਹੋ ਜਿਹੇ ਲਿਖਦੇ ਨੇ, ਅਸੀਂ ਮਿਲੇ ਤਾਂ ਪਿਆਰ ਕੀਤਾ, ਵਿਛੜੇ ਤਾਂ ਬੈਠ ਗਏ ਸਬਰ ਕਰਕੇ ਖਾਮੋਸ਼, ਬੁਲਬੁਲਾਂ, ਕੋਇਲਾਂ ਅਤੇ ਪਪੀਹਿਆਂ ਵਾਂਗ ਅਸੀਂ ਚੀਕਾਂ ਨਹੀਂ ਮਾਰੀਆਂ। ਇਹ ਭਾਈ ਨੰਦ ਲਾਲ ਜੀ ਨੇ। ਅਸੀਂ ਮਿਲੇ ਤਾਂ ਪਿਆਰ ਕੀਤਾ, ਵਿਛੜੇ ਤਾਂ ਸਬਰ ਕਰਕੇ ਬੈਠ ਗਏ ਖਾਮੋਸ਼, ਬੁਲਬੁਲਾਂ, ਕੋਇਲਾਂ ਤੇ ਪਪੀਹਿਆਂ ਵਾਂਗ ਅਸੀਂ ਚੀਕਾਂ ਨਹੀਂ ਮਾਰੀਆਂ। ਉਹਨਾਂ ਦਾ ਸ਼ੇਰ ਹੈ, ਸਾਰੀ ਸ਼ਾਇਰੀ ਦਸਮ ਪਾਤਸ਼ਾਹ ਨੂੰ ਸੰਬੋਧਿਤ ਹੈ। ਇੱਕ ਸ਼ੇਰ ਹੈ ਉਹਨਾਂ ਦਾ, ਤੁਸਾਂ ਦੇ ਦੀਦਾਰ ਦੀ ਇੱਕ ਝਲਕ ਬਦਲੇ ਜਾਨ ਹਾਜ਼ਰ ਹੈ ਹਜ਼ੂਰ। ਤੁਸਾਂ ਦੇ ਦੀਦਾਰ ਦੀ ਇੱਕ ਝਲਕ ਬਦਲੇ ਜਾਨ ਹਾਜ਼ਰ ਹੈ ਹਜ਼ੂਰ। ਉਹ ਹੱਸ ਕੇ ਬੋਲੇ, ਇਸ ਘਰ ਵਿੱਚ ਕੋਈ ਸੌਦੇਬਾਜ਼ੀ ਨਹੀਂ ਚੱਲਦੀ, ਇਹ ਦੇਾਂਗੇ ਤੇ ਇਹ ਲਵਾਂਗੇ, ਇਹ ਗੱਲਾਂ ਛੱਡੋ। ਹੋ ਸਕਦਾ 1000 ਵਾਰੀ ਮਰੋ ਤਾਂ ਵੀ ਨਸੀਬ ਨਾ ਹੋਈਏ, ਤੇ ਹੋ ਸਕਦਾ ਇਸੇ ਤਰ੍ਹਾਂ ਫਿਰਦੇ ਤੁਰਦੇ ਤੁਹਾਡੇ ਕਰਮਾਂ 'ਚ ਲਿਖੇ ਹੋਏ ਹੋਈਏ। ਇਸ ਤਰ੍ਹਾਂ ਦਾ ਸੁਭਾਅ ਹੈ ਆਪਣਾ। ਸੋ ਇਹ ਹੈ ਆਪਣਾ ਪੰਜਾਬ, ਇਹ ਆਪਣਾ ਵੱਡਾ ਵਿਰਸਾ। ਤੇ ਲਾਸਟ ਦੇ ਵਿੱਚ ਜਿਹੜੀ ਮੈਨੂੰ ਬਹੁਤ ਪਿਆਰੀ ਲੱਗਦੀ ਹੁੰਦੀ ਹੈ ਗੱਲ, ਬਲਵੰਤ ਗਾਰਗੀ ਦੀ ਸੁਣਾਉਣਾ ਤੁਹਾਨੂੰ। ਆਉਂਦੇ ਆਉਂਦੇ ਭੀਖੀ ਸਾਹਿਬ ਮੈਨੂੰ ਯਾਦ ਕਰਾ ਰਹੇ ਸੀ, ਕਹਿੰਦੇ ਇਹ ਛਪੀ ਕਿਤੇ? ਮੈਂ ਕਿਹਾ ਛਪਣਗੀਆਂ, 2 ਕਿਤਾਬਾਂ ਤਿਆਰ ਹੋਈਆਂ ਪਈਆਂ ਨੇ। ਬਲਵੰਤ ਗਾਰਗੀ ਜਦੋਂ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਉਰਸ ਮਨਾਇਆ ਸੀ ਨਾ ਆਪਾਂ 50 ਸਾਲ ਪਹਿਲੋਂ, ਉਦੋਂ ਬਲਵੰਤ ਗਾਰਗੀ ਨੇ ਇੱਕ ਲੇਖ ਲਿਖਿਆ ਸੀ। ਉਹ ਭਾਸ਼ਾ ਵਿਭਾਗ ਨੇ 50,000 ਅੰਗਰੇਜ਼ੀ 'ਚ ਤੇ 50,000 ਪੰਜਾਬੀ 'ਚ ਛਾਪਿਆ ਸੀ। ਮੈਂ ਉਦੋਂ ਸਕੂਲ 'ਚ ਪੜ੍ਹਦਾ ਸੀ। ਮੇਰੇ ਮਾਸਟਰ ਜੀ ਨੇ ਮੈਨੂੰ ਕਿਹਾ ਕਿ ਆਹ ਫੜ, ਅਜੇ ਤਾਂ ਤੈਨੂੰ ਸਮਝ ਨਹੀਂ ਆਏਗਾ, ਜਦੋਂ ਵੱਡਾ ਹੋਏਗਾ ਪੜ੍ਹੇਗਾ ਤੈਨੂੰ ਸਮਝ ਆਏਗਾ, ਇਹ ਕੀਮਤੀ ਚੀਜ਼ ਹੈ ਬੜੀ। ਬਲਵੰਤ ਗਾਰਗੀ ਨੇ ਉਹਦੇ ਪਹਿਲੇ ਪੰਨੇ ਤੋਂ ਜੋ ਸ਼ੁਰੂਆਤ ਕੀਤੀ ਹੈ ਉਹ ਇਹ ਕਹਿੰਦਾ ਕਿ ਵੱਡਾ ਭਰਾ ਕੁਲਵੰਤ, ਮੈਂ ਛੋਟਾ ਸੀ ਬਲਵੰਤ। ਇੱਕ ਦਿਨ ਮਾਂ ਨੇ ਦੋਹਾਂ ਨੂੰ ਸਵੇਰੇ ਸਵੇਰੇ ਇਸ਼ਨਾਨ ਕਰਾਇਆ, ਸਾਫ਼ ਕੱਪੜੇ ਪਹਿਨਾਏ, ਪਿੰਡ ਦੇ ਬਾਹਰ ਡੇਰਾ ਸੀ, ਉਹਦੇ ਡੇਰੇ ਦੇ ਸਾਧ ਕੋਲ ਲੈ ਗਈ, ਆਪ ਮੱਥਾ ਟੇਕਿਆ, ਸਾਨੂੰ ਮੱਥਾ ਟਿਕਾਇਆ। ਸਾਧੂ ਨੂੰ ਕਹਿੰਦੀ, ਬਾਬਾ ਜੀ ਇੰਨੀ ਸੱਤਿਆ ਤਾਂ ਹੈ ਨਹੀਂ ਕਿ ਦੋਵਾਂ ਨੂੰ ਪੜ੍ਹਾ ਦਾਂ, ਦੋਵਾਂ ਚੋਂ ਇੱਕ ਬੱਚੇ ਨੂੰ ਪੜ੍ਹਾ ਸਕਦੀ ਆ, ਤਾਂ ਇਹ ਪੁੱਛਣ ਆਈ ਆ ਕਿ ਕਿਹਦੇ ਢਿੱਡ 'ਚ 4 ਅੱਖਰ ਪੈਣਗੇ, ਤੁਸੀਂ ਦੱਸ ਦਿਓ। ਗਾਰਗੀ ਲਿਖਦਾ ਹੈ, ਕਹਿੰਦਾ ਉਹ ਬੌਂਦਲਿਆ ਜਿਹਾ ਸਾਧ ਸੀ, ਸਾਡੇ ਵੱਲ ਉਹਨੇ ਧਿਆਨ ਨਾਲ ਦੇਖਿਆ ਵੀ ਨਹੀਂ, ਮੇਰੇ ਵੱਲ ਹੱਥ ਕਰਤਾ, ਕਹਿੰਦਾ ਇਹਨੂੰ ਪੜ੍ਹਾ ਦੇ। ਲਿਖਦਾ ਹੈ, ਕਹਿੰਦਾ ਜੇ ਮੇਰੇ ਭਰਾ ਕੁਲਵੰਤ ਵੱਲ ਇਸ਼ਾਰਾ ਕੀਤਾ ਹੁੰਦਾ ਤਾਂ ਬੁਢਲਾਡੇ ਮੈਂ ਆੜਤੀਆ ਹੋਣਾ ਸੀ, ਹੁਣ ਮੇਰਾ ਭਰਾ ਆੜਤੀ ਹੈ ਉੱਥੇ। ਕਹਿੰਦਾ ਮਾਂ ਮੈਨੂੰ, ਕੁਲਵੰਤ ਨੂੰ ਤਾਂ ਛੱਡ ਦਿੱਤਾ ਘਰ, ਮੈਨੂੰ ਲੈ ਗਈ ਪਿੰਡ ਦੇ ਗੁਰਦੁਆਰੇ। ਸਕੂਲ ਨਹੀਂ ਸੀ ਕੋਈ, ਗੁਰਦੁਆਰੇ ਦੇ ਵਿੱਚ ਗਿਆਨੀ ਜੀ, ਇਹ ਗੁਰਦੁਆਰਾ ਇੱਕ ਨਿਹੰਗ ਸਿੰਘ ਦਾ ਸੀ। ਉੱਥੇ ਮੈਂ ਬੱਚਿਆਂ ਨੂੰ ਪੁੱਛਿਆ ਸੀ, ਖੇਡਦੇ ਰਹੇ 3-4 ਦਿਨ, ਬੱਚਿਆਂ ਨੂੰ ਪੁੱਛਿਆ ਪੜ੍ਹਾਊਗਾ ਕੌਣ? ਉਹ ਕਹਿੰਦੇ ਜੀ ਨਿਹੰਗ ਬਾਬਾ ਜੀ ਆਇਆ ਕਰਦੇ ਨੇ, ਉਹ ਦੌਰਿਆਂ ਤੇ ਰਹਿੰਦੇ ਨੇ, ਜਦੋਂ ਆਉਂਦੇ ਨੇ ਪਹਿਲੀ ਸੰਥਿਆ ਜਿਹੜੀ ਦਿੱਤੀ ਸੀ ਉਹ ਸੁਣ ਲੈਂਦੇ ਨੇ, ਨਵੀਂ ਸੰਥਿਆ ਦੇ ਜਾਂਦੇ ਨੇ, ਇੱਥੇ ਤਾਂ ਇਸ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ। ਕਹਿੰਦਾ ਠੀਕ ਹੈ ਜੀ। ਇੱਕ ਦਿਨ ਰੌਲਾ ਪੈ ਗਿਆ, ਬਾਬਾ ਜੀ ਆ ਗਏ, ਬਾਬਾ ਜੀ ਆ ਗਏ, ਨੀਲੇ ਬਾਣੇ 'ਚ ਘੋੜੇ ਤੇ ਸਵਾਰ, ਹੱਥ 'ਚ ਨੇਜ਼ਾ, ਸਰਪਟ ਘੋੜਾ ਦੌੜਾਈ, ਬਾਬਾ ਜੀ ਆ ਰਹੇ। ਗੁਰਦੁਆਰੇ ਦੇ ਨੇੜੇ ਲਗਾਮ ਖਿੱਚੀ, ਘੋੜਾ ਰੋਕਿਆ, ਸਾਰੇ ਬੱਚੇ ਕਤਾਰ 'ਚ ਖਲੋਤੇ ਸਨ, ਮੈਂ ਵੀ ਕਤਾਰ 'ਚ, ਸਾਰਿਆਂ ਨੇ ਫਤਿਹ ਬੁਲਾਈ, ਸਾਰਿਆਂ ਵੱਲ ਧਿਆਨ ਨਾਲ ਦੇਖਿਆ, ਮੇਰੇ ਵੱਲ ਨੇਜ਼ੇ ਦੀ ਨੋਕ, ਕਹਿੰਦੇ ਤੂੰ ਕਿਹਦਾ ਮੁੰਡਾ ਹੈ ਬਈ? ਕਹਿੰਦਾ ਮੈਂ ਆਪਣੇ ਬਾਊ ਜੀ ਦਾ ਨਾਂ ਲੈ ਕੇ ਕਿਹਾ ਮੈਂ ਬਾਣੀਆਂ ਦਾ ਜਵਾਕ ਹਾਂ ਜੀ।
ਕਹਿੰਦੇ ਖੇਡਣ ਆਇਆ ਇੱਥੇ? ਮੈਂ ਕਿਹਾ ਨਾ ਜੀ ਬਾਬਾ ਜੀ ਪੜ੍ਹਨ ਆਇਆ। ਕਹਿੰਦੇ ਕੀ ਪੜ੍ਹਿਆ ਸੁਣਾ। ਮੈਂ ਕਿਹਾ ਬਾਬਾ ਜੀ ਸੰਥਿਆ ਤਾਂ ਤੁਸੀਂ ਦਿੱਤੀ ਨਹੀਂ ਅਜੇ, ਜਦੋਂ ਸੰਥਿਆ ਦੇਵੋਗੇ ਫੇਰ ਹੀ ਸੁਣਾਊਂਗਾ। ਗਾਰਗੀ ਲਿਖਦਾ ਹੈ, ਘੋੜੇ ਤੇ ਬੈਠਿਆਂ ਬਿਠਾਇਆ ਉਹਨੇ ਬੱਚਿਆਂ ਨੂੰ ਇਸ਼ਾਰਾ ਕੀਤਾ ਪਿੱਛੇ ਹਟ ਜਾ। ਬੱਚੇ ਪਿੱਛੇ ਹਟ ਗਏ। ਨੇਜ਼ੇ ਦੀ ਨੋਕ ਨਾਲ ਧਰਤੀ ਤੇ ਪਹਿਲਾਂ ਏਕਾ ਵਾਹਿਆ, ਫਿਰ ਖੁੱਲੇ ਮੂੰਹ ਵਾਲਾ ਊੜਾ। ਮੈਨੂੰ ਕਹਿੰਦੇ ਆਖ ਏਕ ਓਂਕਾਰ ਤੇ ਮੱਥਾ ਟੇਕ। ਮੈਂ ਹੱਥ ਜੋੜ ਕੇ ਆਖਿਆ ਏਕ ਓਂਕਾਰ ਤੇ ਮੱਥਾ ਟੇਕ ਦਿੱਤਾ। ਬਾਬਾ ਜੀ ਕਹਿੰਦੇ ਇਹ ਤੇਰਾ ਪਹਿਲਾ ਸਬਕ ਹੈ, ਇਹਨੂੰ ਯਾਦ ਰੱਖੀ। ਗਾਰਗੀ ਨੇ ਅੰਗਰੇਜ਼ੀ ਦੀ ਐਮਏ ਲਾਹੌਰ ਚੋਂ ਕੀਤੀ ਸੀ, ਡਾਕਟਰੇਟ ਅੰਗਰੇਜ਼ੀ ਦੀ ਅਮਰੀਕਾ ਚੋਂ ਕੀਤੀ ਸੀ। ਬਲਵੰਤ ਗਾਰਗੀ ਲਿਖਦਾ ਹੈ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਇਹ ਹੈ। ਫਿਰ ਲਿਖਦਾ ਹੈ ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇਹੀ ਹੈ। ਫਿਰ ਕਹਿੰਦਾ ਹੈ ਮੇਰੀ ਬਾਕੀ ਦੀ ਵਿੱਦਿਆ ਇਹਨਾਂ ਦੋਵਾਂ ਸਬਕਾਂ ਦੇ ਵਿਚਕਾਰ ਹੈ। ਫਿਰ ਬਲਵੰਤ ਗਾਰਗੀ ਦੇਖੋ, ਉਹ ਸ਼ਖਸ ਜਿਹੜਾ ਕਦੇ ਨਹੀਂ ਦਾਅਵਾ ਕਰਦਾ ਕਿ ਮੈਂ ਸਿੱਖ ਹਾਂ ਤੇ ਮੈਨੂੰ ਸਿੱਖੀ ਦਾ ਪਤਾ ਹੈ। ਇਹ ਵਿਰਸਾ ਬਲੱਡ ਰਾਹੀਂ ਸਾਡੇ ਅੰਦਰ ਆ ਰਿਹਾ, ਸਾਡੇ ਵਡੇਰਿਆਂ ਦੀਆਂ ਗੱਲਾਂ ਰਾਹੀਂ। ਗਾਰਗੀ ਲਿਖਦਾ ਹੈ, ਕਹਿੰਦਾ ਇਹ ਜਿਹੜਾ ਪਹਿਲਾ ਸਬਕ ਸੀ ਇਹ ਮੈਨੂੰ ਜ਼ਿੰਦਗੀ 'ਚ ਕਦੇ ਭੁੱਲਦਾ ਨਹੀਂ ਹੈ। ਮੇਰੇ ਦਿਲ 'ਚ ਅਕਸਰ ਹੀ ਆਉਂਦਾ ਰਹਿੰਦਾ ਹੈ ਕਿ ਜਿੱਥੇ ਜ਼ਮੀਨ ਤੇ ਅਸਮਾਨ ਮਿਲਦੇ ਨੇ ਉਥੋਂ ਘੋੜੇ ਤੇ ਸਵਾਰ ਨੀਲੇ ਬਾਣੇ 'ਚ ਹੱਥ 'ਚ ਨਿਸ਼ਾਨ ਸਾਹਿਬ ਫੜ ਕੇ ਕੋਈ ਬਾਬਾ ਆਏਗਾ, ਧਰਤੀ ਦੇ ਵਰਕੇ ਤੇ ਏਕ ਓਂਕਾਰ ਲਿਖੇਗਾ, ਸੰਸਾਰ ਮੱਥਾ ਟੇਕੇਗਾ ਤੇ ਸੰਸਾਰ ਆਖੇਗਾ ਏਕ ਓਂਕਾਰ। ਪਹਿਲਾ ਤੇ ਆਖਰੀ ਸੰਸਾਰ ਦਾ ਸਬਕ ਇਹੀ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋ ਜੀ, ਸੁਣ ਲਓ ਜੀ, ਅੱਜ ਨਾਟਕਕਾਰਾਂ ਦਾ ਜ਼ਮਾਨਾ ਆ ਗਿਆ। ਨਾਟਕਕਾਰ ਬਲਵੰਤ ਗਾਰਗੀ ਤੇ ਬੀਬੀ ਨਾਟਕਕਾਰ ਫਿਲਮਕਾਰ ਮਧੂਬਾਲਾ। ਮਧੂਬਾਲਾ ਦੀ ਵੀ ਸੁਣ ਲਓ ਸਾਖੀ। ਉਹ ਵੱਡਿਆਂ ਦੇ ਨਾਲ ਨਾ ਜੁੜ ਜੇ ਨਾ ਜਦੋਂ, ਉਦੋਂ ਕਹਾਣੀ ਨਹੀਂ ਰਹਿੰਦੀ, ਉਹ ਸਾਖੀ ਹੋ ਜਾਂਦੀ ਹੈ। ਐਸ ਮਹਿੰਦਰ ਮਿਊਜ਼ਿਕ ਡਾਇਰੈਕਟਰ ਸਨ। ਆ ਹੁਣੀ ਡੈਥ ਹੋਈ ਉਹਨਾਂ ਦੀ, ਸਾਲ 6 ਮਹੀਨੇ ਹੋਏ ਨੇ। ਨਾਨਕ ਨਾਮ ਜਹਾਜ਼ ਹੈ ਫਿਲਮ ਉਹਨਾਂ ਨੇ ਬਣਾਈ ਸੀ। ਤੁਸੀਂ ਨਾਨਕ ਨਾਮ ਜਹਾਜ਼ ਹੈ ਦੇ ਸ਼ਬਦ ਧੁਨਾਂ ਸੁਣ ਲਓ, ਤੁਹਾਡੇ ਮਨ ਨੂੰ ਠੰਡਕ ਪਈ ਜਾਏਗੀ। ਮਤਲਬ ਪੰਜਾਬ ਦੀ ਸੰਸਕ੍ਰਿਤੀ ਤੇ ਵਿਰਸੇ ਤੇ ਜੇ ਕੋਈ ਚੱਜ ਦੀ ਫਿਲਮ ਇੱਕੋ ਇੱਕ ਆਈ ਹੈ ਉਹ ਨਾਨਕ ਨਾਮ ਜਹਾਜ਼ ਹੈ। ਇਕਬਾਲ ਮਹਾਲ ਲਿਖਦਾ ਹੈ ਕਿ ਐਸ ਮਹਿੰਦਰ ਜੀ ਨੇ ਦੱਸਿਆ ਕਿ ਮਧੂਬਾਲਾ ਨਾਲ ਫਿਲਮਾਂ ਕਰਦਿਆਂ ਅਰਸਾ ਬੀਤਦਾ, ਕਦੀ ਜਹਾਜ਼ 'ਚ ਸਫ਼ਰ ਕਰਦੇ, ਕਦੀ ਟੈਕਸੀ 'ਚ। ਉਹ ਬਹੁਤੀਆਂ ਗੱਲਾਂ ਨਹੀਂ ਕਰਦੀ ਸੀ। ਆਪਣੇ ਪਰਸ 'ਚੋਂ ਇੱਕ ਛੋਟੀ ਜਿਹੀ ਕਿਤਾਬ ਖੋਲ੍ਹਦੀ ਫਾਰਸੀ ਅੱਖਰਾਂ 'ਚ ਤੇ ਸਿਰ ਢੱਕ ਕੇ ਪੜ੍ਹਨ ਲੱਗ ਜਾਂਦੀ। ਮੈਂ ਕਿਸੇ ਦੀ ਪਰਸਨਲ ਜ਼ਿੰਦਗੀ 'ਚ ਦਖਲ ਦੇਣਾ ਮੁਨਾਸਿਬ ਨਹੀਂ ਸਮਝਦਾ। ਮੈਂ ਉਹਨੂੰ ਪੁੱਛਿਆ ਨਹੀਂ ਵੀ ਕਾਹਦੀ ਕਿਤਾਬ ਹੈ। ਜਿਹੜਾ ਸਿਰ ਢੱਕ ਲੈਂਦੀ ਸੀ ਮੈਨੂੰ ਲੱਗਦਾ ਸੀ ਵੀ ਕੁਰਾਨ ਹੋਏਗਾ ਜਾਂ ਹਦੀਸ ਹੋਏਗੀ, ਕੋਈ ਨਾ ਕੋਈ ਇਸਲਾਮ ਦੀ ਕਿਤਾਬ ਹੋਏਗੀ। ਐਵੇਂ ਹੁਣ ਦੇਖਦਾ ਰਿਹਾ। ਇੱਕ ਦਿਨ ਅਸੀਂ ਹਾਲ 'ਚ ਬੈਠੇ, ਆਵਾਜ਼ ਪੈ ਗਈ ਮਧੂਬਾਲਾ ਨੂੰ ਕਿ ਤੁਹਾਨੂੰ ਮੰਚ ਤਿਆਰ ਹੈ ਜੀ, ਸੱਦਿਆ। ਉਹ ਕਿਤਾਬ ਪੜ੍ਹ ਰਹੀ ਸੀ ਛੋਟੀ ਜੀ, अपने पर्स ऊपर किताब रख के कहती उस्ताद जी आप यहाँ बैठे हैं, ये मेरा सामान पड़ा है, ये ध्यान रखें, मैं अपना काम निपटा कर आई। कहता जे तो वो जिप खोल के बंद कर जाती किताब अपनी पर्स च, फिर ने मैं खोलता सी, मेरे हवाले कर गई तो किताब उपर ही पई सी, मैं चुक ली, खोल के देखा फारसी अखरां च जपजी साहब सी, गुटका सी। जदों वापस आई मैं पूछा तू जपजी साहब का पाठ करती हुन्नी है? कहती रास्ते में बताऊँगी। चल पे खाना खा के रस्ते च कहती मैनू एक बड़ी वड्डी मुसीबत टकरी गई सी जिंदगी च, जिहदा कोई हल नहीं मैनू लगता सी सिवा मौत तो। मैं थां थां ते भटकी, फिर मैं गुरु नानक देव जी के दरबार च गई, उत्थे मत्था टेकिया, सच्चे पातशाह मैं तुहाडी मुरीद हाँ, मैनू अपनी सिख मनो ते मेरे कष्ट दूर करो। मेरे कष्ट दूर हो गए। उदों तो लैके हुण तक मैं अपने पर्स दे विच गुटका रखदी हाँ ते पाठ करदी हाँ। वो कहंदी जदों किते प्रोड्यूसर नाल मेरा एग्रीमेंट होया देखो, ਉਹਦੇ ਵਿੱਚ बाकी शर्तां तो इलावा ये हुंदी है कि जदों गुरु नानक देव जी का प्रकाश पुरब होए उदों मैं बंबे के अंधेरिया गुरुद्वारे च होनी चाहिए, प्रकाश पुरब ते मैं मत्था टेकना। एक दिन मधूबाला ने स्टेज सकत्तर को बेनती की भी जे गुरु नानक देव जी के पुरब का दोपहर का लंगर मेरी सेवा मन लो तुसी। वो कहते जी मैं तो कमेटी को गल रखांगा, जे मन गए तो ठीक है। कमेटी की मीटिंग के विच गल रखी, कमेटी कहती सानू की इतराज़ है, जिहड़ा भी मर्जी सेवा करा दे। मधूबाला की सेवा मंजूर हुई, वो कुछ नहीं खरीदती सी, पुछ लैंदी सी कितना खर्च हो गया, संगत दस दिंदी, उन्हां दे चैक कट दिंदी। 6 साल बाद खबर मिली कि मधूबाला संसार तो चली गई। उहदी आत्मा की शांति वास्ते
ਮਹਾਰਾਜ ਦਾ ਪ੍ਰਕਾਸ਼ ਹੋਇਆ, ਪਾਠ ਦਾ ਭੋਗ ਪਿਆ, ਉਹਦਾ ਅੱਬੂ ਜਿਉਂਦਾ ਸੀ, ਉਹ ਆਇਆ। ਅੱਬੂ ਨੇ ਕਿਹਾ ਕਿ ਜਿੰਨੇ ਸਵਾਸ ਰੱਬ ਨੇ ਦਿੱਤੇ ਸਨ, ਇਹਦੇ ਵੱਸ ਦੀ ਗੱਲ ਤਾਂ, ਇਹ ਤਾਂ ਸੇਵਾ ਜੇ ਕਰਨਾ ਚਾਹੁੰਦੀ ਸੀ, ਹੋਰ ਜੇ ਨਹੀਂ ਕਰ ਸਕੀ ਤਾਂ ਇਹਦੀ ਵੱਸ ਦੀ ਨਹੀਂ ਹੈ। ਮੈਂ ਤਾਂ ਜਿਉਂਦਾ ਨਾ ਜੀ। ਮਧੂਬਾਲਾ ਦੇ ਵੱਲੋਂ ਲੰਗਰ ਦੀ ਸੇਵਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੀ ਚੱਲੂਗੀ ਜਦੋਂ ਤੱਕ ਮੈਂ ਜਿਉਂਦਾ, ਉਦੋਂ ਤੱਕ ਪੈਸੇ ਮੈਂ ਦਿਆਂਗਾ। ਮਧੂਬਾਲਾ ਦੇ ਲੰਗਰ ਦੀ ਅਰਦਾਸ ਫਿਰ ਸ਼ੁਰੂ ਹੋ ਗਈ। 5 ਸਾਲ ਬਾਅਦ ਖਬਰ ਮਿਲੀ ਅੱਬੂ ਸੰਸਾਰ ਚੋਂ ਚਲੇ ਗਏ। ਉਹਨਾਂ ਦੀ ਆਤਮਾ ਦਾ ਭੋਗ ਪਾਇਆ। ਸੰਗਤ ਕਹਿੰਦੀ ਵੀ ਮਾਂ ਧੀ ਸੇਵਾ ਤੋਂ ਪਿੱਛੋਂ, ਪਿਤਾ ਤੇ ਧੀ ਸੇਵਾ ਤੋਂ ਪਿੱਛੇ ਤਾਂ ਨਹੀਂ ਹਟੇ, ਰੱਬ ਨੇ ਬੁਲਾ ਲਏ, ਇਹਨਾਂ ਦੇ ਨਾਂ ਦੀ ਅਰਦਾਸ ਬੰਦ ਨਹੀਂ ਹੋਣੀ ਚਾਹੀਦੀ। ਐਸ ਮਹਿੰਦਰ ਲਿਖਦੇ ਨੇ ਕਿ ਜਿਹਨੂੰ ਮੇਰੀ ਕਿਸੇ ਗੱਲ ਤੇ ਸ਼ੱਕ ਹੋਵੇ ਉਹ ਬੰਬੇ ਜਾਏ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਉੱਥੇ ਅਰਦਾਸ ਇਹ ਹੁੰਦੀ ਹੈ, ਹੇ ਸੱਚੇ ਪਾਤਸ਼ਾਹ, ਤੁਹਾਡੀ ਧੀ ਮਧੂਬਾਲਾ ਵੱਲੋਂ ਲੰਗਰ ਤਿਆਰ ਹੈ, ਆਪ ਜੀ ਦੀ ਨਜ਼ਰ ਹੋਵੇ, ਪ੍ਰਵਾਨ ਹੋਵੇ ਤੇ ਸੰਗਤ ਵਿੱਚ ਵਰਤੇ। ਇਹ ਸਿੱਕਾ ਹੈ ਗੁਰੂ ਨਾਨਕ ਦੇਵ ਜੀ ਦਾ, ਜਿਹੜਾ ਧਰਤੀ ਤੇ ਚੱਲੇਗਾ, ਚੱਲਦਾ ਰਹੇ, ਤੇ ਆਪਾਂ ਇਹ ਸਿੱਕੇ ਸਦਕਾ ਬੇਅੰਤ ਅਮੀਰ ਹਾਂ। ਇਹ ਅਮੀਰੀ ਮਹਾਰਾਜ ਸਾਡੇ 'ਚ ਕਾਇਮ ਰੱਖਣ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।